परम सन्मानयोग गुरु रूप गुरु खालसा साध संगत जी, वाहेगुरु जी का खालसा वाहेगुरु जी की फतेह। प्यारी साध संगत जी, ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਸ਼੍ਰੀ ਹਰਿਰਾਏ ਸਾਹਿਬ ਜੀ ਮਹਾਰਾਜ ਸ਼੍ਰੀ ਕਰਤਾਰਪੁਰ ਸਾਹਿਬ ਵਿੱਚ ਰਿਹਾ ਕਰਦੇ ਸਨ। ਸਿੱਖ ਦੇਸ਼ਾਂ ਵਿਦੇਸ਼ਾਂ ਤੋਂ ਸੁਣ ਕੇ ਆਉਂਦੇ ਸਨ, ਗੁਰੂ ਜੀ ਦਾ ਜਸ ਸੁਣ ਕੇ ਆਉਂਦੇ ਸਨ ਤੇ ਅਨੇਕ ਪ੍ਰਕਾਰ ਦੇ ਉਪਹਾਰ ਲਿਆਉਂਦੇ ਸਨ। ਚੇਤ ਦਾ ਮਹੀਨਾ ਬੀਤਣ ਤੋਂ ਬਾਅਦ ਵਿਸਾਖੀ ਦਾ ਤਿਉਹਾਰ ਆਉਂਦਾ ਹੈ। ਦਰਸ਼ਨ ਅਭਿਲਾਸ਼ੀ ਲੋਕ ਚੱਲ ਕੇ ਆਉਂਦੇ ਸਨ। ਮਾਲਵੇ ਦੇਸ਼ ਵਿੱਚ ਬਹੁਤ ਸੇਵਕ ਇਕੱਠੇ ਹੋ ਕੇ ਕਰਨੀ ਵਾਲੇ ਭਾਈ ਭਗਤੂ ਜੀ ਦੇ ਨਾਲ ਆਉਂਦੇ ਸਨ। ਭਾਈ ਭਗਤੂ ਜੀ ਦੀਵਾਲੀ ਤੇ ਹੋਰ ਤਿਉਹਾਰਾਂ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਸੀ ਤੇ 6 ਮਹੀਨੇ ਗੁਰੂ ਜੀ ਦੇ ਦਰਸ਼ਨ ਕਰਦਾ ਸੀ। ਕਾਫੀ ਸਿੱਖ ਸੰਗਤ ਨੂੰ ਨਾਲ ਲੈ ਕੇ ਉਹ ਸਤਿਗੁਰੂ ਜੀ ਨੂੰ ਜਾ ਕੇ ਵੇਖਦਾ ਸੀ। ਛੋਟੀ ਉਮਰ ਤੋਂ ਹੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਭਾਈ ਭਗਤੂ ਨੂੰ ਮੁਸਕਰਾਉਂਦਾ ਵੇਖਦੇ ਸਨ। ਉਸ ਦੇ ਹੱਸਣ ਵਾਸਤੇ ਮੁਖ ਤੋਂ ਬਚਨ ਕਰਦੇ ਸਨ। ਮਹਾਂਬਿਰਧ ਨੂੰ ਵੇਖ ਕੇ ਬਹੁਤ ਪ੍ਰਸੰਨ ਹੁੰਦੇ ਸਨ। ਆਓ ਭਾਈ, ਹੁਣ ਘਰ ਵਾਲੀ ਨਹੀਂ ਹੈ, ਕੋਈ ਸੁੰਦਰ ਇਸਤਰੀ ਵੇਖ ਕੇ ਵਿਆਹ ਕਰਵਾ ਲਓ। ਸਿੱਖਾਂ ਵਿੱਚ ਕਹਿ ਕੇ ਹਿਰਦੇ ਵਿੱਚ ਬਹੁਤ ਪ੍ਰਸੰਨ ਹੁੰਦੇ ਸਨ। ਵੇਖ ਕੇ ਹੱਸਦੇ ਸਨ ਤੇ ਮਾਣ ਵਧਾਉਂਦੇ ਸਨ। ਗੁਰੂ ਜੀ ਦੇ ਬਚਨ ਸੁਣ ਕੇ ਭਾਈ ਭਗਤੂ ਚਰਨਾਂ ਤੇ ਬੰਦਨਾ ਕਰਦਾ ਸੀ ਤੇ ਉਪਹਾਰ ਅਰਪਣ ਕਰਕੇ ਪਾਸ ਬੈਠ ਜਾਂਦਾ ਸੀ। ਜਦ ਉਸਨੇ ਸਮਝਿਆ ਕਿ ਗੁਰੂ ਜੀ ਦਾ ਡੇਰਾ ਸ਼੍ਰੀ ਕਰਤਾਰਪੁਰ ਸਾਹਿਬ ਹੈ ਤਾਂ ਗੁਰੂ ਦਰਸ਼ਨਾਂ ਦਾ ਉਸਨੇ ਸਮਾਂ ਵਿਚਾਰਿਆ। ਘਰ ਤੋਂ ਚੱਲ ਕੇ ਰਾਹ ਵਿੱਚ ਆਇਆ ਤੇ ਸਰੀਰ ਦਾ ਅੰਤਮ ਸਮਾਂ ਉਸਨੇ ਆਪਣੇ ਨੇੜੇ ਆਇਆ ਵੇਖਿਆ। ਦਿਲ ਵਿੱਚ ਸੋਚਿਆ, ਇਹ ਮਨ ਪਰਲੋਕ ਜਾਣ ਬਾਰੇ ਸੋਚਦਾ ਹੈ, ਪਰ ਗੁਰੂ ਜੀ ਨੇ ਜਿਹੜਾ ਬਾਰ-ਬਾਰ ਬਚਨ ਕੀਤਾ ਹੈ ਕਿ ਕਿਸੇ ਇਸਤਰੀ ਨਾਲ ਵਿਆਹ ਕਰ ਲਓ, ਉਹਨਾਂ ਦਾ ਕਿਹਾ ਉਹ ਵਾਕ ਸਫਲ ਨਹੀਂ ਹੋਵੇਗਾ। ਮੈਨੂੰ ਹੁਣ ਵਿਆਹ ਕਰਵਾ ਲੈਣਾ ਬਣਦਾ ਹੈ ਤਾਂ ਕਿ ਗੁਰੂ ਜੀ ਦਾ ਬਚਨ ਪੂਰਾ ਹੋਵੇ। ਅਨੇਕ ਵਾਰ ਗੁਰੂ ਜੀ ਨੇ ਹੱਸ ਕੇ ਕਿਹਾ ਹੈ। ਭਾਈ ਭਗਤੂ ਨੇ ਸੋਚਿਆ ਕਿ ਹੁਣ ਦੀ ਵਾਰ ਮੈਂ ਸਰੀਰ ਛੱਡ ਜਾਊਂਗਾ, ਇਸ ਕਰਕੇ ਹੁਣ ਮੈਨੂੰ ਵਿਆਹ ਕਰ ਲੈਣਾ ਚਾਹੀਦਾ ਹੈ। ਇਹ ਭਲੀ ਗੱਲ ਹੈ, ਨਹੀਂ ਤਾਂ ਅੱਧ ਵਿੱਚ ਹੀ ਰਹਿ ਜਾਵਾਂਗਾ। ਭਾਵ ਗੁਰੂ ਜੀ ਦਾ ਕਿਹਾ ਵਾਕ ਸਫਲ ਨਹੀਂ ਹੋਵੇਗਾ। ਇਸ ਤਰ੍ਹਾਂ ਰਾਹ ਵਿੱਚ ਸੋਚਦਾ ਆਉਂਦਾ ਸੀ ਕਿ ਇੱਕ ਮਨ ਭਾਉਂਦਾ ਖੇਤ ਵੇਖਿਆ। ਉਸ ਖੇਤ ਵਿੱਚ ਬਾਜਰਾ ਪੱਕਣ ਲੱਗਾ ਸੀ। ਜਾਨਵਰ ਮਿਲ ਕੇ ਸਿੱਟੇ ਖਾ ਰਹੇ ਸਨ। 12 ਸਾਲ ਦੀ ਇੱਕ ਲੜਕੀ ਸੀ ਜਿਹੜੀ ਬੜੀ ਸੁੰਦਰ ਤੇ ਹਰ ਪੱਖੋਂ ਸੰਪੂਰਨ ਸੀ। ਉਹ ਪੰਛੀਆਂ ਨੂੰ ਉਡਾ ਰਹੀ ਸੀ, ਖੇਤ ਪਕਾਉਣ ਲਈ ਜਾਨਵਰਾਂ ਦੇ ਚੁਗਣ ਤੋਂ ਬਚਾ ਰਹੀ ਸੀ। ਉਸ ਨੂੰ ਵੇਖ ਕੇ ਚਿੱਤ ਵਿੱਚ ਆਇਆ, ਇਹ ਕਿਸਾਨ ਦੀ ਪੁੱਤਰੀ ਬੜੀ ਸ਼ੋਭ ਰਹੀ ਹੈ। ਗੁਰੂ ਦਾ ਕਿਹਾ ਬਚਨ ਪੂਰਾ ਕਰ ਦਿੰਦਾ ਹਾਂ, ਇਸ ਦੇ ਨਾਲ ਮੈਂ ਵਿਆਹ ਕਰ ਲੈਂਦਾ ਹਾਂ। ਇਸ ਤਰ੍ਹਾਂ ਵਿਚਾਰ ਕੇ ਉਸ ਬਿਰਧ ਭਾਈ ਭਗਤੂ ਨੇ ਚਲਦਿਆਂ ਚਲਦਿਆਂ ਹੱਥ ਵਾਲੀ ਸੋਟੀ ਟਿਕਾ ਦਿੱਤੀ। ਹੌਲੀ ਹੌਲੀ ਰਾਹ ਵਿੱਚ ਪੈਰ ਰੱਖਦਾ ਸੀ ਤੇ ਚਲਦਾ ਚਲਦਾ ਉਸ ਦੇ ਪਾਸ ਪਹੁੰਚਿਆ। ਉੱਪਰ ਦ੍ਰਿਸ਼ਟੀ ਕਰਕੇ ਜਦ ਉਸਨੇ ਵੇਖਿਆ ਤੇ ਫੇਰੇ ਕਰਨ ਵਾਸਤੇ ਉਸਨੇ ਕਿਹਾ, ਇਹ ਕਾਈ ਦੇ ਬੂਟੇ ਗਵਾਹ ਹਨ, ਇਸ ਇਸਤਰੀ ਨਾਲ ਹੁਣ ਮੈਂ ਵਿਆਹ ਕਰਾਂਗਾ। ਹੁਣ ਇਹ ਮੇਰੀ ਇਸਤਰੀ ਹੋ ਗਈ ਹੈ। ਕਾਈ, ਪੰਛੀ, ਘਾਹ ਸਾਰੇ ਸੁਣ ਲਓ। ਕਾਈ ਦੇ ਬੂਟਿਆਂ ਦੇ ਚਾਰੇ ਪਾਸੇ ਸੋਟੀ ਫੇਰੀ ਜਿਵੇਂ ਵਿਆਹ ਹੋਵੇ। ਉਸ ਕੰਨਿਆ ਨੂੰ ਭਾਈ ਭਗਤੂ ਨੇ ਸੁਣਾ ਕੇ ਕਿਹਾ। ਉਹ ਕੰਨਿਆ ਬਹੁਤ ਬਿਰਧ ਵਿਅਕਤੀ ਤੋਂ ਸੁਣ ਕੇ ਬਹੁਤ ਸ਼ਰਮਾਈ, ਕੁਝ ਵੀ ਨਾ ਬੋਲੀ ਤੇ ਚੁੱਪ ਰਹੀ। ਜੋ ਗੱਲ ਸੁਣੀ ਸੀ ਉਸ ਨੂੰ ਚਿੱਤ ਵਿੱਚ ਵਿਚਾਰ ਰਹੀ ਸੀ। ਭਾਈ ਭਗਤੂ ਰਾਹੇ ਰਾਹ ਅੱਗੇ ਚੱਲ ਪਿਆ ਤੇ ਕਰਤਾਰਪੁਰ ਨਗਰੀ ਦੇ ਵਿੱਚ ਆ ਗਿਆ। ਸ਼੍ਰੀ ਹਰਿਰਾਏ ਜੀ ਗੱਦੀ ਉੱਪਰ ਸ਼ੋਭ ਰਹੇ ਸਨ। ਉਹਨਾਂ ਦੇ ਦਰਸ਼ਨ ਕਰਕੇ ਆਨੰਦ ਪ੍ਰਸੰਨ ਹੋ ਗਿਆ। ਬੰਦਨਾ ਕਰਕੇ ਪਾਸ ਬੈਠ ਗਿਆ। ਗੁਰੂ ਜੀ ਨੇ ਕੁਝ ਹੱਸ ਕੇ ਕਿਹਾ, ਆਓ ਭਾਈ ਜੀ, ਤੁਹਾਡੀ ਉਮਰ ਬਹੁਤ ਬਿਰਧ ਹੋ ਗਈ ਹੈ, ਵਿਆਹ ਕਰਵਾਇਆ ਹੈ ਕਿ ਨਹੀਂ? ਹੁਣ ਸਰੀਰ ਬਹੁਤ ਨਿਰਬਲ ਹੋ ਗਿਆ ਹੈ,
ਸਿੱਖੀ ਦਾ ਰਸ ਤੁਸੀਂ ਨਿੱਤ ਬਹੁਤ ਲਿਆ ਹੈ। ਹੌਲੀ ਹੌਲੀ ਰਾਹ ਵਿੱਚ ਚੱਲ ਕੇ ਆ ਗਏ ਹੋ ਕਿ ਹੁਣ ਵੀ ਤੁਹਾਡਾ ਤਪ ਵਿੱਚ ਭਲੀ ਪ੍ਰਕਾਰ ਚਿੱਤ ਲੱਗਾ ਹੈ। ਗੁਰੂ ਜੀ ਦੇ ਇਹ ਬਚਨ ਸੁਣ ਕੇ ਭਾਈ ਭਗਤੂ ਹੱਥ ਜੋੜ ਕੇ ਬੋਲਿਆ, ਸਦਾ ਆਪ ਜੀ ਦੇ ਬਚਨਾਂ ਦੇ ਪੂਰੇ ਹੋਣ ਦੀ ਅਭਿਲਾਸ਼ਾ ਹੈ। ਮੈਂ ਰਾਹ ਦੇ ਵਿੱਚ ਹੀ ਵਿਆਹ ਕਰਵਾ ਆਇਆ ਹਾਂ ਤੇ ਘਾਹ ਫੂਸ ਆਦਿ ਸਭ ਨੂੰ ਸੁਣਾ ਕੇ ਕਹਿ ਦਿੱਤਾ ਹੈ। ਇਹ ਸੁਣ ਕੇ ਪੂਰਨ ਗੁਰੂ ਜੀ ਬਹੁਤ ਹੱਸੇ ਤੇ ਬਚਨ ਕਹੇ, ਭਾਈ ਭਗਤੂ ਸੁੰਦਰ ਮਹਾਨ ਗੁਣਾਂ ਵਾਲਾ ਸਿੱਖ ਹੈ। ਸਿੱਖੀ ਦੀ ਮਰਿਆਦਾ ਨੂੰ ਰੱਖਦਾ ਹੈ ਤੇ ਮੁਖ ਤੋਂ ਗੁਰੂ ਘਰ ਦੇ ਜਸ ਦਾ ਅਭਿਲਾਸ਼ੀ ਹੈ। ਫੇਰ ਵਿਸਾਖੀ ਦਾ ਮੇਲਾ ਆ ਗਿਆ ਤੇ ਬਹੁਤ ਸਿੱਖ ਸੰਗਤ ਗੁਰੂ ਜੀ ਨੂੰ ਆ ਕੇ ਮਿਲੀ। ਅਨੇਕਾਂ ਪ੍ਰਕਾਰ ਦੇ ਉਪਹਾਰਾਂ ਦਾ ਢੇਰ ਲੱਗ ਗਿਆ ਤੇ ਸਾਰੇ ਦਰਸ਼ਨ ਕਰਕੇ ਸੁਖ ਪ੍ਰਾਪਤ ਕਰ ਰਹੇ ਸਨ। 5 ਦਿਨ ਤੱਕ ਮੇਲਾ ਲੱਗਾ ਰਿਹਾ ਤੇ ਸੁਖ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਸਨ। ਫਿਰ ਸਾਰੇ ਆਪਣੇ ਆਪਣੇ ਘਰੀ ਚਲੇ ਗਏ ਤੇ ਆਪਣੀਆਂ ਮਨੋਕਾਮਨਾਵਾਂ ਪ੍ਰਾਪਤ ਕਰਕੇ ਸ੍ਰੇਸ਼ਟ ਜਸ ਉਚਾਰਨ ਕਰ ਰਹੇ ਸਨ। ਤਦ ਭਾਈ ਭਗਤੂ ਨੇ ਆਪਣੇ ਸਰੀਰ ਦਾ ਅੰਤ ਨੇੜੇ ਜਾਣ ਕੇ ਸੁਖਦਾਇਕ ਕਰਤਾਰਪੁਰ ਵਿੱਚ ਹੀ ਆਪਣਾ ਡੇਰਾ ਕਰ ਲਿਆ। ਕਈ ਦਿਨ ਲੰਮਾ ਪਿਆ ਰਿਹਾ ਤੇ ਦਸਤ ਲੱਗਣ ਕਰਕੇ ਬਹੁਤ ਦੁੱਖ ਪਾਇਆ। ਵੇਖ ਵੇਖ ਕੇ ਸਿੱਖ ਹਿਰਦੇ ਵਿੱਚ ਬਹੁਤ ਹੈਰਾਨ ਹੁੰਦੇ ਸਨ ਤੇ ਨਾਲੇ ਸੋਚਦੇ ਸਨ ਕਿ ਇਸ ਨੇ ਐਡਾ ਵੱਡਾ ਦੁੱਖ ਕਿਉਂ ਪਾਇਆ ਹੈ। ਜਿਨ੍ਹਾਂ ਦੇ ਆਪਣੇ ਹੀ ਸੈਂਕੜੇ ਸਿੱਖ ਹਨ, ਪਰਲੋਕ ਵਾਸਤੇ ਇਹਨਾਂ ਦੇ ਭਰੋਸੇ ਤੇ ਰਹਿੰਦੇ ਹਨ। ਇਸ ਤਰ੍ਹਾਂ ਵਿਚਾਰ ਕੇ ਕਈ ਆ ਕੇ ਮਿਲੇ। ਜਿਸ ਥਾਂ ਪਿਆ ਸੀ ਉਧਰ ਚਲੇ ਗਏ ਤੇ ਜਾ ਕੇ ਵੇਖਿਆ ਕਿ ਭਾਈ ਭਗਤੂ ਨੂੰ ਦਸਤਾਂ ਦਾ ਰੋਗ ਲੱਗਾ ਹੈ, ਸਰੀਰ ਬਹੁਤ ਦੁਰਬਲ ਹੋ ਗਿਆ ਹੈ ਤੇ ਦੁੱਖ ਭੋਗ ਰਿਹਾ ਹੈ। ਬੰਦਨਾ ਕਰਕੇ ਪਾਸ ਜਾ ਕੇ ਬੈਠ ਗਏ। ਸਾਰੇ ਇਕੱਠੇ ਹੋ ਕੇ ਪੁੱਛਣ ਲੱਗੇ, ਤੁਸੀਂ ਗੁਰੂ ਜੀ ਦੇ ਪੂਰਨ ਸਿੱਖ ਹੋ, ਅੰਤ ਸਮੇਂ ਕਿਉਂ ਵੱਡਾ ਦੁੱਖ ਪਾ ਰਹੇ ਹੋ? ਆਪ ਜੀ ਦੇ ਹਜ਼ਾਰਾਂ ਸਿੱਖ ਹਨ, ਉਹ ਪਰਲੋਕ ਵਿੱਚ ਤੁਹਾਡੀ ਸਹਾਇਤਾ ਚਾਹੁੰਦੇ ਹਨ। ਜੇ ਤੁਸੀਂ ਆਪਣਾ ਦੁੱਖ ਨਾ ਹਟਾ ਸਕੇ ਤਾਂ ਫਿਰ ਸੇਵਕਾਂ ਦੀ ਕਿਵੇਂ ਸਹਾਇਤਾ ਕਰੋਗੇ? ਇਹ ਸੁਣ ਕੇ ਭਾਈ ਭਗਤੂ ਨੇ ਕਿਹਾ, ਅਸੀਂ ਜਾਣ ਕੇ ਇੰਨਾ ਦੁੱਖ ਲਿਆ ਹੈ। ਗਊ ਰੂਪ ਧਨ ਬਹੁਤ ਲੁੱਟ ਕੇ ਲਿਆਂਦਾ ਹੈ। ਸਾਡੇ ਸਿੱਖ ਸਾਰੇ ਵਿਰਾੜ ਹਨ। ਉਹਨਾਂ ਦੀਆਂ ਗਾਈਆਂ ਬਹੁਤ ਦੁੱਧ ਦਿੰਦੀਆਂ ਹਨ। ਉਹ ਹਰ ਸਮੇਂ ਸਾਨੂੰ ਬਹੁਤ ਦੁੱਧ ਦਿੰਦੇ ਰਹੇ ਹਨ। ਉਹ ਲੇਖਾ ਹੁਣ ਇੱਥੇ ਹੀ ਨਿਬੇੜਾਂਗੇ, ਅੱਗੇ ਲੈ ਕੇ ਨਹੀਂ ਜਾਵਾਂਗੇ। ਨਿਰਮਲ ਹੋ ਕੇ ਪਰਲੋਕ ਜਾਵਾਂਗੇ ਤੇ ਆਪਣੇ ਸਿੱਖਾਂ ਦੀ ਸਹਾਇਤਾ ਕਰਾਂਗੇ। ਸਾਰਿਆਂ ਨੇ ਸੁਣ ਕੇ ਸਿਰ ਝੁਕਾਇਆ ਤੇ ਕਿਹਾ, ਭਾਈ ਭਗਤੂ ਤੁਸੀਂ ਧੰਨ ਹੋ। ਇਸ ਤਰ੍ਹਾਂ ਕਈ ਦਿਨ ਭਾਈ ਭਗਤੂ ਨੇ ਦੁੱਖ ਪਾਇਆ। ਦਸਤ ਸਦਾ ਚੱਲਦੇ ਜਾਂਦੇ ਸਨ। ਸਤਿਗੁਰੂ ਜੀ ਦਾ ਸਿਮਰਨ ਕਰਦਿਆਂ ਫਿਰ ਉਹਨਾਂ ਨੇ ਸਰੀਰ ਨੂੰ ਛੱਡਿਆ ਤੇ ਵੱਡੇ ਭਾਗਾਂ ਵਾਲੇ ਗੁਰੂ ਦਾ ਰੂਪ ਹੀ ਹੋ ਗਏ। ਜਦੋਂ ਸ੍ਰੀ ਗੁਰੂ ਹਰਿਰਾਏ ਜੀ ਨੂੰ ਪਤਾ ਲੱਗਿਆ ਤਾਂ ਉਹ ਸੁਣ ਕੇ ਚੱਲ ਕੇ ਆਏ। ਗੁਰੂ ਜੀ ਦੇ ਨਾਲ ਬਹੁਤ ਮਸੰਦ ਸਨ ਤੇ ਬਹੁਤ ਸਿੱਖ ਸੇਵਕ ਵੀ ਗੁਰੂ ਜੀ ਦੇ ਨਾਲ ਸਨ। ਫਿਰ ਸੰਸਕਾਰ ਕਰਨ ਦੀ ਤਿਆਰੀ ਕੀਤੀ ਤੇ ਬਹੁਤ ਧਨ ਲਾ ਕੇ ਦੀਵਾਨ ਬਣਵਾਇਆ। ਗੁਰੂ ਜੀ ਨੰਗੇ ਪੈਰੀ ਨਾਲ ਗਏ। ਬਾਹਰ ਜਾਣ ਤੇ ਸਾਰੇ ਸਿੱਖ ਮਿਲ ਗਏ। ਇੱਕ ਥਾਂ ਬਹੁਤ ਲੱਕੜਾਂ ਇਕੱਠੀਆਂ ਕੀਤੀਆਂ ਤੇ ਫਿਰ ਚਿਖਾ ਉੱਤੇ ਭਾਈ ਭਗਤੂ ਨੂੰ ਲਟਾ ਦਿੱਤਾ। ਕਿਰਪਾ ਦੇ ਘਰ ਗੁਰੂ ਜੀ ਆਪਣੇ ਸਿੱਖ ਨੂੰ ਆਪ ਲੰਬੂ ਲਾਉਣ ਵਾਸਤੇ ਤਿਆਰ ਹੋਏ। ਹੱਥ ਜੋੜ ਕੇ ਕਈ ਮਸੰਦ ਅਤੇ ਸਿੱਖ ਗੁਰੂ ਜੀ ਨੂੰ ਹਟਾਉਣ ਲੱਗੇ। ਕਹਿਣ ਲੱਗੇ, ਹੇ ਸੁੱਖਾਂ ਦੇ ਮੇਘ, ਹੇ ਕਿਰਪਾਲੂ, ਕਿਸੇ ਹੋਰ ਨੂੰ ਹੁਕਮ ਕਰੋ ਜਿਹੜਾ ਕਿ ਵੱਡਾ ਸਿੱਖ ਹੋਵੇ, ਉਹ ਲਾਂਬੂ ਲਾਵੇ। ਇਹ ਸੁਣ ਕੇ ਗੁਰੂ ਜੀ ਨੇ ਕਿਹਾ, ਇਹ ਮੇਰੇ ਵਾਸਤੇ ਹੀ ਉਚਿਤ ਹੈ। ਇਸ ਬਾਰੇ ਤੁਹਾਨੂੰ ਕੋਈ ਜਾਣਕਾਰੀ ਨਹੀਂ ਹੈ। ਸ਼੍ਰੀ ਗੁਰੂ ਰਾਮਦਾਸ ਜੀ ਸਾਡੇ ਵੱਡੇ ਗੁਰੂ ਹੋਏ ਹਨ। ਉਹਨਾਂ ਦੀ ਅੰਸ਼ ਤੋਂ ਹੀ ਇਹਨਾਂ ਨੇ ਜਨਮ ਲਿਆ ਹੈ। ਇਸ ਕਰਕੇ ਸਾਨੂੰ ਹੀ ਇਹ ਕਾਰਜ ਕਰਨ ਵਾਸਤੇ ਉਚਿਤ ਪਛਾਣੋ। ਲਾਂਬੂ ਲਾਉਣਾ ਆਪਣੇ ਮਨ ਵਿੱਚ ਭਲਾ ਮੰਨੋ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਨੇ ਹਿੱਤ ਧਾਰਨ ਕੀਤਾ ਤੇ ਆਪਣੇ ਹੱਥਾਂ ਨਾਲ ਭਾਈ ਭਗਤੂ ਦਾ ਦਾਹ ਸੰਸਕਾਰ ਕੀਤਾ। ਵਿਧੀ ਅਨੁਸਾਰ ਸਾਰੀ ਕਿਰਿਆ ਕਰਕੇ ਸਤਿਗੁਰੂ ਜੀ ਨੇ ਜਲ ਨਾਲ ਇਸ਼ਨਾਨ ਕੀਤਾ। ਹੌਲੀ ਹੌਲੀ ਚੱਲ ਕੇ ਆਪਣੇ ਸਥਾਨ ਤੇ ਆ ਗਏ ਤੇ ਸਿੱਖ ਸੰਗਤ ਆਪਣੀ ਮਰਜ਼ੀ ਅਨੁਸਾਰ ਬੈਠ ਗਈ। ਸ਼੍ਰੀ ਗੁਰੂ ਜੀ ਨੇ ਆਪਣੇ ਮੁਖ ਤੋਂ ਭਾਈ ਭਗਤੂ ਦਾ ਸ੍ਰੇਸ਼ਟ ਜਸ ਉਚਾਰਨ ਕੀਤਾ
ਜਿਸ ਦਾ ਨਾਮ ਲੈਣ ਨਾਲ ਹੀ ਪਾਪ ਨਾਸ਼ ਹੋ ਜਾਂਦੇ ਹਨ। ਇਸ ਤਰ੍ਹਾਂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਆਪਣੇ 2200 ਸੂਰਮਿਆਂ ਨਾਲ ਬੜੀ ਪ੍ਰਸੰਨਤਾ ਧਾਰ ਕੇ ਕਈ ਦਿਨ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਠਹਿਰੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।